ਕੇਂਦਰ ਦੀ ਸਰਕਾਰ ਨੂੰ ਇਹ ਭੁਲੇਖਾ ਵਾ ਕਿ ਜਥੇਬੰਦੀਆਂ ਫੁੱਟ ਦਾ ਸ਼ਿਕਾਰ ਹੋਣਗੀਆਂ ਜਾਂ ਅਸੀਂ ਫੁੱਟ ਦਾ ਸ਼ਿਕਾਰ ਕਰ ਲਵਾਂਗੇ। ਇਹ ਉਹ ਆਪਣਾ ਭੁਲੇਖਾ ਕੱਢ ਲੈਣ। ਪਹਿਲੀ ਗੱਲ ਤੇ ਉਹ ਮਾਈਂਡ ਵਾਸ਼ ਕਰਨ ਆਪਣਾ। ਅੱਜ ਵੀ ਜਿਹੜਾ ਏਜੰਡਾ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਤੇ ਸਾਰੀਆਂ ਜਥੇਬੰਦੀਆਂ ਇੱਕ ਮਤ ਹੋ ਕੇ ਲੜ ਰਹੀਆਂ ਵਾ। ਅਸੀਂ ਅੱਜ ਤੱਕ ਇੱਕ ਵੀ ਕੇਂਦਰ ਦੀ ਮੀਟਿੰਗ ਦੇ ਵਿੱਚ ਨਹੀਂ ਗਏ ਤੇ ਅੱਗੇ ਵੀ ਨਾ ਜਾਣ ਦਾ ਸਾਡਾ ਫੈਸਲਾ ਵਾ। ਕਿਉਂ ਇਹ ਨਾ ਜਾਣ ਦਾ ਫੈਸਲਾ ਵਾ? ਕਿਉਂਕਿ ਕੇਂਦਰ ਦੀ ਸਰਕਾਰ ਪਾੜੋ ਤੇ ਰਾਜ ਕਰੂ ਦੀ ਨੀਤੀ ਤੇ ਕੰਮ ਕਰ ਰਹੀ ਆ। ਉਹ ਪੂਰੇ ਦੇਸ਼ ਦੇ ਕਿਸਾਨਾਂ ਨਾਲੋਂ ਪੰਜਾਬ ਦੇ ਕਿਸਾਨਾਂ ਨੂੰ ਵੱਖ ਕਰਕੇ ਵੇਖ ਰਹੇ ਆ। ਅਲੱਗ ਥਲੱਗ ਮੋਦੀ ਜੀ ਪੈਣਗੇ, ਪੂਰਾ ਦੇਸ਼ ਇੱਕ ਤਰਫ ਖੜਾ ਹੋਊਗਾ ਤੇ ਇੱਕ ਤਰਫ ਮੋਦੀ ਜੀ ਦੇ ਅਡਾਨੀ ਬਾਨੀ ਖੜੋਣਗੇ। ਜੇ ਕਿਤੇ ਕਿਸਾਨ ਨੂੰ ਛੁੱਟੀ ਤੇ ਜਾਣਾ ਪਵੇ ਤੇ ਚਲੇ ਜਾਵੇ, ਚੁੱਪ ਕਰਕੇ ਆਪਣੇ ਜੋਗੀ ਪੈਦਾ ਕਰੇ ਤੇ ਆਪਣੀ ਜੋਗੀ ਖਾਵੇ। ਫਿਰ ਇਹਨਾਂ ਜੋਗੀ ਪੈਦਾ ਕਰਨ ਦੀ ਲੋੜ ਕੋਈ ਨਹੀਂ। ਜਦੋਂ ਇਹਨਾਂ ਜੋਗੀ ਪੈਦਾ ਨਾ ਹੋਈ ਫਿਰ ਜਿਹੜਾ ਅਮਰੀਕਾ ਹੁਣ ਕਹਿ ਰਿਹਾ ਸਬਸਿਡੀਆਂ ਖਤਮ ਕਰੋ, ਮੰਡੀ ਖਤਮ ਕਰੋ। ਉਹਨਾਂ ਨੇ ਪਹਿਲਾਂ 7.5 ਰੁਪਏ ਪਰ ਕੇਜੀ ਕਣਕ ਦੇਣੀ ਆ ਤੇ ਫਿਰ ਉਹ ਕਣਕ 100 ਰੁਪਏ ਕਿਲੋ ਵੀ ਆਊਗੀ। ਫਿਰ ਇਹਨਾਂ ਦੀਆਂ ਅੱਖਾਂ ਉਗੜਨੀਆਂ ਵਾ। ਸਰਕਾਰ ਦੇ ਨਾਲ ਕਾਹਲੀ ਦੇ ਵਿੱਚ ਮੀਟਿੰਗ ਨੂੰ ਨਾ ਜਾਣ। ਜੇ ਕਿਤੇ ਸਾਡੀ ਬਾਂਹ 'ਚ ਜ਼ੋਰ ਹੋਇਆ, ਜੇ ਕਿਤੇ ਦੇਸ਼ ਦੇ ਲੋਕ ਜਾਗਦੇ ਰਹੇ ਤੇ ਫਿਰ ਉਹਨਾਂ ਨੂੰ ਇੱਥੇ ਇਹਨਾਂ ਪੰਡਾਲਾਂ ਦੇ ਵਿੱਚ ਆਣ ਕੇ ਮਨ ਕੀ ਬਾਤ ਕਰਨੀ ਪਊਗੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ। ਮੈਂ ਮਨਦੀਪ ਸਿੰਘ ਔਰ ਇਸ ਵਕਤ ਮੇਰੇ ਨਾਲ ਸੁਖਵਿੰਦਰ ਸਿੰਘ ਸਭਰਾਹਾ ਜੀ ਮੌਜੂਦ ਨੇ, ਜਿਹੜੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਜੁੜੇ ਹੋਏ ਨੇ, ਆਗੂ ਨੇ। ਦੱਸ ਦਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਕਮੇਟੀ ਹੈਗੀ ਹੈ ਜਿਨ੍ਹਾਂ ਨੇ ਜੰਡਿਆਲਾ ਗੁਰੂ ਦੇ ਵਿੱਚ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਵੀ ਸਭ ਤੋਂ ਪਹਿਲਾਂ ਜਿਹੜੀ ਆ ਰੇਲ ਟਰੈਕ ਜਾਮ ਕੀਤੇ ਹੋਏ ਸਨ ਔਰ ਉਹ ਵੀ ਅਲੱਗ ਚੱਲ ਰਹੀ ਹੈ। ਉਹਨਾਂ ਦਾ ਵੀ ਇੱਕ ਅਲੱਗ ਮਤ ਹੁੰਦਾ ਹੈ, ਜਿਵੇਂ BKO ਉਗਰਾਹਾਂ ਇੱਕ ਅਲੱਗ ਮਤ ਨਾਲ ਲੈ ਕੇ ਚੱਲ ਰਹੀ ਹੈ ਔਰ ਬਾਕੀਆਂ ਜਿਹੜੀਆਂ ਜਥੇਬੰਦੀਆਂ ਨੇ ਪੰਜਾਬ ਦੀਆਂ ਉਹਨਾਂ ਦਾ ਇੱਕ ਅਲੱਗ ਮਤ ਹੁੰਦਾ ਔਰ ਉਹ ਅਲੱਗ ਮੀਟਿੰਗਾਂ ਕਰਦੀਆਂ ਨੇ। ਸੋ ਸਟੈਂਡ ਜਿਹੜੀਆਂ ਨੇ ਅਲੱਗ-ਅਲੱਗ ਕਮੇਟੀਆਂ ਬਣਾ ਕੇ ਜਥੇਬੰਦੀਆਂ ਲੈ ਰਹੀਆਂ ਨੇ, ਪਰ ਇਸ ਵਕਤ ਸਾਰਿਆਂ ਦਾ ਏਜੰਡਾ ਜਿਹੜਾ ਹੈਗਾ ਉਹ ਇੱਕ ਹੋਇਆ। ਗੱਲ ਕਰ ਲੈਂਦੇ ਹਾਂ ਸਭਰਾਹਾ ਸਾਹਿਬ ਦੇ ਨਾਲ। ਸੋ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਸਰ। ਜਿਵੇਂ ਮੈਂ ਕਿਹਾ ਹੈਗਾ ਵੀ ਜਿੱਦਾਂ ਤੁਹਾਡੀ ਕਮੇਟੀ ਵੀ ਮਤਲਬ ਕਿ ਆਪਣੇ ਆਪ ਦੇ ਵਿੱਚ ਬਹੁਤ ਸਪੋਰਟ ਹੈਗੀ ਹੈ, ਬਹੁਤ ਤਕੜੀ ਕਮੇਟੀ ਹੈਗੀ ਹੈ ਤੇ ਮਾਝੇ ਦੇ ਮਜਾਇਲ ਜਿਹੜੇ ਨੇ ਪੂਰੇ ਤੁਸੀਂ ਸਰਗਰਮ ਹੈਗੇ ਹੋ ਮਾਝੇ ਦੇ ਵਿੱਚ। ਔਰ ਉਗਰਾਹਾਂ ਕਮੇਟੀ ਅਲੱਗ ਹੈਗੀ ਹੈ ਨਾ ਜੀ, ਉਹਨਾਂ ਦਾ ਆਪਣਾ ਹੁੰਦਾ ਮਤ ਤੇ ਬਾਕੀਆਂ ਕਮੇਟੀਆਂ ਅਲੱਗ ਨੇ। ਸੋ ਹੁਣ ਜਿਹੜੀ ਸਥਿਤੀ ਬਣੀ ਹੋਈ ਹੈ, ਜਿਵੇਂ ਮੀਟਿੰਗ ਵੀ ਹੋਈ ਸੀਗੀ, ਉਸ ਮੀਟਿੰਗ ਦੇ ਵਿੱਚ ਅਮਿਤ ਸ਼ਾਹ ਦੇ ਨਾਲ ਉਹਨਾਂ ਨੇ ਕਿਹਾ ਸੀ 5 ਨੁਮਾਇੰਦੇ ਜਾਓ ਤੇ ਫਿਰ 13 ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈਗੀ ਆ। ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀਗਾ ਬੁੱਧੀਜੀਵੀਆਂ ਵੱਲੋਂ ਵੀ ਕਿ ਇਹ ਮੀਟਿੰਗ ਤਾਂ ਕੀਤੀ ਸੀਗੀ ਭਾਰਤ ਸਰਕਾਰ ਨੇ ਕਿ ਇੱਕ ਫੁੱਟ ਜੀ ਪੈ ਜਾਵੇ ਆਪਸ ਦੇ ਵਿੱਚ ਕਿ ਸਾਡਾ ਨੁਮਾਇੰਦਾ ਨਹੀਂ ਗਿਆ, ਸਾਡਾ ਨਹੀਂ ਗਿਆ। ਤੇ ਤੁਹਾਨੂੰ ਕੀ ਲੱਗਦਾ ਔਰ ਜਿਹੜੀ ਇਹ ਸਥਿਤੀ ਇਸ ਵਕਤ ਕਿੱਥੇ ਕੁ ਰੁਕੀ ਹੋਈ, ਸੂਈ ਕਿੱਥੇ ਖੜੀ ਹੈਗੀ ਹੈ? ਵੇਖੋ ਜੀ, ਜਿਹੜਾ ਕੇਂਦਰ ਦੀ ਸਰਕਾਰ ਨੂੰ ਇਹ ਭੁਲੇਖਾ ਵਾ ਕਿ ਜਥੇਬੰਦੀਆਂ ਫੁੱਟ ਦਾ ਸ਼ਿਕਾਰ ਹੋਣਗੀਆਂ ਜਾਂ ਅਸੀਂ ਫੁੱਟ ਦਾ ਸ਼ਿਕਾਰ ਕਰ ਲਵਾਂਗੇ। ਇਹ ਉਹ ਆਪਣਾ ਭੁਲੇਖਾ ਕੱਢ ਲੈਣ। ਪਹਿਲੀ ਗੱਲ ਤੇ ਉਹ ਮਾਈਂਡ ਵਾਸ਼ ਕਰਨ ਆਪਣਾ। ਅੱਜ ਵੀ ਜਿਹੜਾ ਏਜੰਡਾ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਤੇ ਸਾਰੀਆਂ ਜਥੇਬੰਦੀਆਂ ਇੱਕ ਮਤ ਹੋ ਕੇ ਲੜ ਰਹੀਆਂ ਵਾ। ਹਾਂ ਠੀਕ ਵਾ, ਉਹ ਆਪਣੇ ਵਖਰੇਵੇਂ ਆਪਣੀ ਸਟੇਜ ਉਹ ਵੱਖਰੀ ਗੱਲ ਵਾ, ਪਰ ਜਿਹੜਾ ਕੁਝ ਸੰਘਰਸ਼ ਚੱਲ ਰਿਹਾ ਵਾ ਉਹ ਸਾਰਾ ਤਾਲਮੇਲ ਵਿੱਚ ਢੰਗ ਨਾਲ ਚੱਲ ਰਿਹਾ ਵਾ। ਅਸੀਂ ਅੱਜ ਤੱਕ ਇੱਕ ਵੀ ਕੇਂਦਰ ਦੀ ਮੀਟਿੰਗ ਦੇ ਵਿੱਚ ਨਹੀਂ ਗਏ ਤੇ ਅੱਗੇ ਵੀ ਨਾ ਜਾਣ ਦਾ ਸਾਡਾ ਫੈਸਲਾ ਵਾ। ਕਿਉਂ ਇਹ ਨਾ ਜਾਣ ਦਾ ਫੈਸਲਾ ਵਾ? ਕਿਉਂਕਿ ਕੇਂਦਰ ਦੀ ਸਰਕਾਰ ਪਾੜੋ ਤੇ ਰਾਜ ਕਰੂ ਦੀ ਨੀਤੀ ਤੇ ਕੰਮ ਕਰ ਰਹੀ ਆ। ਉਹ ਪੂਰੇ ਦੇਸ਼ ਦੇ ਕਿਸਾਨਾਂ ਨਾਲੋਂ ਪੰਜਾਬ ਦੇ ਕਿਸਾਨਾਂ ਨੂੰ ਵੱਖ ਕਰਕੇ ਵੇਖ ਰਹੇ ਆ। ਜਿਸ ਕਰਕੇ ਅਸੀਂ ਪੰਜਾਬ ਤੋਂ ਹੀ ਤੁਰਨ ਤੋਂ ਪਹਿਲਾਂ ਐਲਾਨ ਕੀਤਾ ਸੀਗਾ, ਜਿਹੜੀਆਂ ਪਿਛਲੀਆਂ ਮੀਟਿੰਗਾਂ ਅਸੀਂ ਬਾਈਕਾਟ ਕੀਤਾ ਤੇ ਇੱਥੇ ਆਣ ਕੇ ਵੀ ਸਾਡਾ ਉਹ ਬਾਈਕਾਟ ਰਿਹਾ। ਇਸ ਕਰਕੇ ਕੀਤਾ ਵੀ 507 ਸੰਗਠਨਾਂ ਪੂਰੇ ਦੇਸ਼ ਦੇ, ਉਹਨਾਂ ਸੰਗਠਨਾਂ ਨੂੰ ਪਾਸੇ ਛੱਡ ਕੇ ਇਕੱਲੇ ਪੰਜਾਬ ਦੇ ਸੰਗਠਨਾਂ ਨਾਲ ਗੱਲ ਕਰਨੀ। ਕੇਂਦਰ ਦੀ ਇੱਕ ਬਦਨੀਅਤੀ ਦੀ ਬੋ ਆ ਰਹੀ ਆ ਕਿ ਦੇਸ਼ ਨਾਲੋਂ ਪੰਜਾਬ ਨੂੰ ਵੱਖਰਾ ਕੀਤਾ ਜਾਵੇ। ਅਸੀਂ ਇੱਥੇ ਆ ਕੇ ਕਾਮਯਾਬ ਹੋਏ ਦੱਸਣ ਦੇ ਵਿੱਚ ਵੀ ਆਪਣਾ ਦੇਸ਼ ਦਾ ਭਾਰਤ ਰੂਪੀ ਗੁਲਦਸਤਾ ਜਿਹੜਾ ਵਾ ਇੱਕ ਵਾ। ਇਹਦਾ ਕੱਲਾ ਫੁੱਲ ਕੀਮਤੀ ਆ, ਕੱਲੀ ਪੰਖੜੀ ਕੀਮਤੀ ਆ। ਇਹਨੂੰ ਜਿਹੜੀ ਕੇਂਦਰ ਸਰਕਾਰ ਨੇ ਪੰਖੜੀ ਕਰਨ ਦੀ ਨੀਤੀ ਅਪਣਾਈ ਉਹ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ। ਬਹੁਤ ਵਾਜਬ ਗੱਲ ਹੈਗੀ ਹੈ। ਇੱਕ ਵਾਰੀ ਤੁਹਾਨੂੰ ਰੋਕਣ ਜਾਵਾਂਗੇ, ਬਹੁਤ ਵਾਜਬ ਗੱਲ ਹੈਗੀ ਹੈ। ਜਿਵੇਂ ਸਿੰਘ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੀ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਉਹਦੇ ਵਿੱਚ ਸਿਰਫ ਪੰਜਾਬ ਦੇ ਨੁਮਾਇੰਦਿਆਂ ਨੂੰ ਇਨਵੀਟੇਸ਼ਨ ਦਿੱਤੀ ਜਾਂਦੀ ਸੀਗੀ, ਜਦ ਕਿ ਜਿਹੜਾ ਸੰਘਰਸ਼ ਹੈਗਾ ਭਾਰਤ ਲੈਵਲ ਦਾ ਹੈਗਾ, ਤਾਂ ਕਿ ਇਹ ਇੱਕ ਪਿਕਚਰ ਸ਼ੋਅ ਕੀਤੀ ਜਾਵੇ ਕਿ ਸਿਰਫ ਇਹ ਸੰਘਰਸ਼ ਦੇ ਵਿੱਚ ਪੰਜਾਬ ਦੇ ਹੀ ਨੁਮਾਇੰਦੇ ਨੇ ਜਾਂ ਪੰਜਾਬ ਦੇ ਕਿਸਾਨ ਨੇ, ਜਦ ਕਿ ਜਿਹੜਾ ਇਸ ਵਕਤ ਵਰਗ ਬੈਠਿਆ ਹੋਇਆ ਹੈ ਕਿਸਾਨਾਂ ਦਾ, ਔਰ ਸਿਰਫ ਕਿਸਾਨ ਹੀ ਨਹੀਂ ਬਲਕਿ ਹਰ ਵਰਗ ਜਿਹੜਾ ਇਸ ਵਕਤ ਸ਼ਮੂਲੀਅਤ ਕਰ ਰਿਹਾ ਔਰ ਉਹ ਪੂਰੇ ਭਾਰਤ ਤੋਂ ਕਰ ਰਿਹਾ ਇਸ ਵਕਤ। ਹੁਣੇ ਦੋਸਤੋ ਵੈਸਟ ਬੰਗਾਲ ਤੋਂ ਵੀ ਹੁਣੇ ਨੁਮਾਇੰਦੇ ਆ ਕੇ ਗਏ ਨੇ, ਉਹਨਾਂ ਦੇ ਨਾਲ ਵੀ ਅਸੀਂ ਤੁਹਾਡੀ ਗੱਲ ਕਰਵਾਵਾਂਗੇ। ਬਾਈ ਜੀ ਅੱਗੇ ਹਾਂਜੀ, ਇੱਥੇ ਅਸੀਂ ਹੁਣ 20 ਸਟੇਟ ਜਿਹੜੇ ਆ ਉਹ ਇਕੱਠੇ ਕਰ ਚੁੱਕੇ ਆ। 20 ਸਟੇਟਾਂ ਦੇ ਵਿੱਚੋਂ ਇੱਥੇ ਨੁਮਾਇੰਦੇ ਜਿਹੜੇ ਸਮਰਥਨ ਪੱਤਰ ਦੇ ਚੁੱਕੇ ਆ ਵੀ ਅਸੀਂ ਜਿਹੜਾ ਹਾਰੀ ਹੋਈ ਲੜਾਈ ਸੀ 2006 ਦੇ ਵਿੱਚ ਹਾਰ ਗਏ ਸਾਂ,
ਉਹਨੂੰ ਤੁਸੀਂ ਪੰਜਾਬ ਵਾਲਿਆਂ ਫਿਰ ਤੋਂ ਸਰਜੀਤ ਕਰਤਾ ਤੇ ਅਸੀਂ ਇੱਕ ਜੰਗ ਦੇ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਆਪਣਾ ਰੋਲ ਨਿਭਾਵਾਂਗੇ। ਉਹਦਾ ਸਿਰ ਸਦਕਾ ਵੀ ਅਸੀਂ ਕਹਿੰਦੇ ਵੀ ਅੱਜ ਮੋਦੀ ਜੀ ਕਾਲੇ ਕਾਨੂੰਨ ਰੱਦ ਕਰ ਦੇਣ, ਕੱਲ੍ਹ ਕਰ ਦੇਣ, 6 ਮਹੀਨੇ ਲੱਗ ਜਾਣ, ਸਾਲ ਲੱਗ ਜੇ, 24 ਤੱਕ ਚਲੇ ਜਾਣ, ਉਹਦੀ ਸਾਨੂੰ ਕੋਈ ਚਿੰਤਾ ਨਹੀਂ। ਸਾਨੂੰ ਸਭ ਤੋਂ ਵੱਡੀਆਂ ਚਿੰਤਾਵਾਂ ਇਹ ਸਾਡੀ ਪਹਿਚਾਣ ਦੇਸ਼ ਦੇ ਵਿੱਚ ਜਿਹੜੀ ਆ ਉਹ ਮਾੜੀ ਬਣਾ ਰਹੇ ਸੀ। ਅਸੀਂ ਆਪਣੀ ਪਹਿਚਾਣ ਦੱਸ ਕੇ ਲੋਕਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਵੀ ਇਹ ਲੋਕ ਦੇਸ਼ ਨੂੰ ਫਿਰ ਤੋਂ ਵੇਚਣਾ ਚਾਹੁੰਦੇ ਆ, ਸਿਰਫ ਇਹ 2-4 ਘਰਾਣਿਆਂ ਨੂੰ ਕਿੱਥੇ ਸਥਾਪਿਤ ਕਰਕੇ ਬਾਕੀ ਸਾਰੇ ਦੇਸ਼ ਦੀ ਹਾਲਤ ਗੁਲਾਮਾਂ ਨਾਲ ਭੈੜੀ ਕਰਨੀ ਚਾਹੁੰਦੇ ਆ। ਇਸ ਕਰਕੇ ਲੋੜਵੰਦੀ ਆ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਲੜੀਏ। ਉਹਦਾ ਸੰਦੇਸ਼ ਗਿਆ 8 ਨੂੰ ਭਾਰਤ ਬੰਦ ਦਾ ਸੱਦਾ ਜਿਹੜਾ ਵਾ ਉਹ ਪੂਰੀ ਤਰ੍ਹਾਂ ਸਫਲ ਰਿਹਾ। ਤੇ ਜਿਹੜਾ ਸੱਦਾ ਅਸੀਂ ਕੱਲ੍ਹ ਦਾ ਦਿੱਤਾ ਵਾ 12 ਦਾ ਵੀ ਪੂਰਾ ਭਾਰਤ ਟੋਲ ਫ੍ਰੀ ਕਰੋ, ਉਹ ਵੀ ਵੱਡੀ ਤਾਦਾਦ ਦੇ ਵਿੱਚ ਜਿਹੜਾ ਵਾ ਟੋਲ ਫ੍ਰੀ ਹੋਵੇਗਾ। ਸਾਡਾ ਸੁਨੇਹਾ ਇੱਕ ਪੰਜਾਬ ਤੋਂ 3 ਅਕਤੂਬਰ ਨੂੰ ਗਿਆ ਸੀ ਵੀ ਜੀਓ ਦੀਆਂ ਸਿਮਾਂ ਬਾਹਰ ਕੱਢ ਦਿਓ। ਇੱਕੇ ਦਿਨ 1,28,000 ਸਿਮਾਂ ਬਾਹਰ ਨਿਕਲੀਆਂ ਸੀ। ਅੱਜ ਅਸੀਂ ਕਹਿਣਾ ਚਾਹੁੰਦੇ ਵੀ ਇਹ ਸੰਦੇਸ਼ ਦੇਸ਼ ਨੂੰ ਗਿਆ ਵਾ। ਦੇਸ਼ ਦੇ ਵਿੱਚੋਂ ਧੜਾ ਧੜ ਜਿਹੜੇ ਆ ਫੋਨ ਆ ਰਹੇ ਆ ਵੀ ਅਸੀਂ ਸਿਮਾਂ ਡਿਸਟਰੋਏ ਕਰ ਰਹੇ ਆ ਜੀਓ ਦੀਆਂ। ਉਹਨਾਂ ਦੇ ਪੰਪਾਂ ਤੋਂ ਤੇਲ ਪਾਉਣਾ, ਉਹਨਾਂ ਦੇ ਮੌਲਾਂ ਤੋਂ ਕੱਪੜੇ ਖਰੀਦਣੇ, ਬ੍ਰਾਂਡਡ ਚੀਜ਼ਾਂ, ਬ੍ਰਾਂਡਡ ਸੂਟ ਪਾਉਣੇ, ਇਹ ਸਾਰਾ ਕੁਝ ਦੇਸ਼ ਦੇ ਵਾਸੀ ਬੰਦ ਕਰ ਰਹੇ ਆ। ਉਹ ਆਪਣੇ ਪੇਂਡੂ ਕਲਚਰ ਦੀਆਂ ਦੁਕਾਨਾਂ ਤੇ ਮਤਲਬ ਜਿਹੜੀ ਆ ਉਹ ਤਰਜੀਹ ਦੇ ਰਹੇ ਉਹਨਾਂ ਤੇ ਜਾਣਾ ਪਸੰਦ ਕਰ ਰਹੇ ਆ। ਇਸ ਕਰਕੇ ਕਹਿਣਾ ਚਾਹੁੰਦੇ ਆ ਵੀ ਅਲੱਗ ਥਲੱਗ ਅਸੀਂ ਨਹੀਂ ਪਵਾਂਗੇ, ਅਲੱਗ ਥਲੱਗ ਮੋਦੀ ਜੀ ਪੈਣਗੇ। ਪੂਰਾ ਦੇਸ਼ ਇੱਕ ਤਰਫ ਖੜਾ ਹੋਊਗਾ ਤੇ ਇੱਕ ਤਰਫ ਮੋਦੀ ਜੀ ਤੇ ਅਡਾਨੀ ਬਾਨੀ ਖੜੋਣਗੇ। ਹੁਣ ਮੋਦੀ ਜੀ ਦੀ ਸੋਚ ਇਹ ਚਾਹੀਦੀ ਆ। ਬਾਈ ਜੀ ਜਿਹੜਾ 8 ਆਪਣਾ ਦਸੰਬਰ ਦਾ ਸੀਗਾ ਬੰਦ ਦਾ ਐਲਾਨ ਬੜਾ ਕਾਮਯਾਬ ਰਿਹਾ ਹੈਗਾ ਤੇ ਹੁਣ ਤੁਸੀਂ ਕਹਿੰਦੇ ਹੋ ਕਿ ਪੂਰੇ ਭਾਰਤ ਦੇ ਵਿੱਚ ਹੀ ਟੋਲ ਪਲਾਜ਼ੇ ਜਿਹੜੇ ਨੇ ਉਹ ਬੰਦ ਕੀਤੇ ਜਾਣਗੇ। ਸੋ ਕਿਸ ਤਰੀਕੇ ਦੀ, ਕਿਉਂਕਿ ਇਹ ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਜੇ ਪੂਰੇ ਭਾਰਤ ਦੇ ਟੋਲ ਪਲਾਜ਼ੇ ਨੂੰ ਬੰਦ ਕਰਨਾ। ਸੋ ਕਿਸ ਤਰੀਕੇ ਦੀ ਵਿਉਂਤਬੰਦੀ ਕੀ ਇੰਨੀ ਮਜ਼ਬੂਤ ਹੈਗੀ ਆ? ਵੇਖੋ ਜੀ, ਮਜ਼ਬੂਤ ਜਿਹੜੀ ਹੈ ਨਾ ਉਹ ਤੁਹਾਡੀ ਗੱਲ ਜਿਹੜੀ ਉਹ ਕਾਟ ਕਰਨੀ ਚਾਹੀਦੀ ਆ, ਤੁਹਾਡੀ ਗੱਲ ਮੰਨਣੀ ਚਾਹੀਦੀ ਆ। ਸਾਡੇ ਕੋਲੇ ਕੱਲ੍ਹ ਇੱਥੇ ਅਫਸਰ ਸਾਹਿਬਾਨ ਆਏ ਜਿਹੜੇ ਕਿਤੇ ਝੰਡਾ ਵੇਖ ਕੇ ਚਿੱਟਾ ਨਫ਼ਰਤ ਕਰਦੇ ਹੁੰਦੇ ਸੀਗੇ। ਉਹ ਕੱਲ੍ਹ ਇੱਥੋਂ ਝੰਡੇ ਲੈ ਕੇ ਗਏ ਆ 2 ਗੱਡੀਆਂ ਤੇ ਬੰਨ੍ਹ ਕੇ, ਕਹਿੰਦੇ ਅਸੀਂ ਜਾਣਾ ਵਾ ਤੇ ਝੰਡਾ ਬੰਨ੍ਹ ਕੇ ਟੋਲ ਲੰਘਣਾ, ਅਸੀਂ ਟੋਲ ਨਹੀਂ ਦੇਣਾ। ਤੇ ਬਾਅਦ ਦੇ ਵਿੱਚ ਮੈਨੂੰ ਫੋਨ ਕੀਤਾ, ਕਹਿੰਦੇ 6 ਟੋਲ ਲੰਘ ਕੇ ਗਏ ਆ, ਕਿਸੇ ਨਾਕੇ ਤੇ ਅਸੀਂ ਟੋਲ ਨਹੀਂ ਭਰਿਆ। ਇਹ ਸੱਚੀ ਮੁੱਚੀ ਲੋਕਾਂ ਵਾਸਤੇ ਨਾਕੇ ਬਣੇ ਆ, ਲੋਕਾਂ ਵਾਸਤੇ ਰੋਕਾਂ ਬਣੀਆਂ। ਪਰ ਜਦੋਂ ਲੋਕ ਜਾਗ ਜਾਂਦੇ ਆ ਉਦੋਂ ਨਾ ਰੋਕਾਂ ਤੇ ਨਾ ਨਾਕੇ, ਇਹਨਾਂ ਨੂੰ ਕੋਈ ਚੀਜ਼ ਰੋਕ ਨਹੀਂ ਸਕਦੀ। ਕਹਿਣਾ ਚਾਹੁੰਦੇ ਆ ਮੋਦੀ ਜੀ, ਦੇਸ਼ ਦੇ ਵਿੱਚ ਸ਼ਾਂਤੀ ਬਣੀ ਰਹੇ, ਦੇਸ਼ ਦੇ ਵਿੱਚ ਅਖੰਡਤਾ ਬਣੀ ਰਹੇ, ਦੇਸ਼ ਨੂੰ ਖੰਡ ਨਾ ਕਰੀਏ, ਇਹਨੂੰ ਅਸ਼ਾਂਤ ਨਾ ਕਰੀਏ। ਐਸ ਕਰਕੇ ਤਰਜੀਹਾਂ ਇਹ ਦਿਓ ਕਿ ਜਲਦੀ ਤੋਂ ਜਲਦੀ ਇਹਨਾਂ ਬਿੱਲਾਂ ਨੂੰ ਰੱਦ ਕਰਕੇ ਡਸਟਬਿਨ ਵਿੱਚ ਸੁੱਟੋ। ਇੱਕ ਚੌਥਾ ਬਿੱਲ ਲੈ ਕੇ ਆਓ ਜਿਹੜਾ ਗਰੰਟਡ MSP ਹੋਵੇ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਹੋਵੇ, ਉਹਦੇ ਤੇ ਮੈਕਸਿਮਮ ਰੇਟ ਵੀ ਗਰੰਟਡ ਹੋਵੇ। ਸਾਡੇ ਕੋਲੋਂ 20 ਰੁਪਏ ਕਿਲੋ ਖਰੀਦੀ ਹੋਈ ਚੀਜ਼ ਖਪਤਕਾਰ ਨੂੰ 25 ਤੋਂ ਵੱਧ ਨਾ ਮਿਲੇ, 26 ਤੋਂ ਵੱਧ ਨਾ ਮਿਲੇ। ਇਹ ਨਾ ਹੋਵੇ ਵੀ ਸਾਡੇ ਕੋਲੋਂ ਲੁੱਟੀ ਹੋਈ ਚੀਜ਼ ਖਪਤਕਾਰ ਨੂੰ 100 ਰੁਪਏ ਮਿਲੇ। ਜਿਹੜੀ ਤੁਹਾਡੀ ਨੀਅਤ ਆ ਵੀ ਤੁਸੀਂ ਕਾਰਪੋਰੇਟ ਜਗਤ ਨੂੰ ਇਸ ਅਨਾਜ ਤੇ ਸਾਡੀ ਖੇਤਾਂ ਦੇ ਕਾਬਜ਼ ਕਰਵਾ ਕੇ ਤੁਸੀਂ ਉਹਨਾਂ ਨੂੰ ਅਨਾਜ ਭੰਡਾਰਾਂ ਦੇ ਮਾਲਕ ਬਣਾਉਣਾ, ਉਹਨਾਂ ਨੇ ਭੰਡਾਰਨ ਕਰਨਾ ਵਾ, ਫਿਰ ਨਕਲੀ ਥੋੜ ਪੈਦਾ ਕਰਨਗੇ ਬਾਜ਼ਾਰ 'ਚ। ਉਸ ਤੋਂ ਬਾਅਦ ਸਾਡੇ ਤੋਂ 10 ਰੁਪਏ ਕਿਲੋ ਖਰੀਦੀ ਹੋਈ ਚੀਜ਼ ਉਹ 100 ਨੂੰ ਮਿਲੂਗੀ ਖਪਤਕਾਰ ਨੂੰ। ਖਪਤਕਾਰ ਕਿਸਾਨਾਂ ਮਜ਼ਦੂਰਾਂ ਨਾਲੋਂ ਵੱਧ ਪ੍ਰਭਾਵਿਤ ਹੋਣਗੇ। ਚੰਗੀ ਗੱਲ ਹੈਗੀ ਆ ਇਹ ਪੁਆਇੰਟ। ਹਲੇ ਵੈਸੇ ਕਿਸੇ ਨੇ ਰੇਸ ਨਹੀਂ ਕੀਤਾ। ਤੁਸੀਂ ਕਹਿੰਦੇ ਹੋ ਕਿ ਜਿਹੜਾ ਖਪਤਕਾਰ ਹੈ ਉਹਦੇ ਤੇ ਵੀ ਮਤਲਬ ਕਿ ਉਹਨੂੰ ਇੰਨਾ ਨਾ ਹੋਵੇ ਕਿ ਉਹਨੂੰ ਪੂਰਾ ਹੀ ਲੁੱਟਿਆ ਜਾਵੇ ਤੇ ਕਿਸਾਨਾਂ ਨੂੰ ਜਿਹੜਾ ਮੁੱਲ ਨਾ ਮਿਲੇ ਹੈਗਾ। ਤੇ ਜਿਹੜਾ ਵਪਾਰੀ ਹੈ, ਜਿਹੜਾ ਵਿੱਚ ਦਾ ਵਪਾਰੀ ਹੈ, ਜਿਹੜਾ ਅਸਲੀ ਵਿਚੋਲੀਆ ਆਉਣ ਵਾਲਾ ਹੈਗਾ, ਵੀ ਉਹਦੇ ਉੱਤੇ ਨੱਥ ਪਾਈ ਜਾਵੇ। ਸੋ ਵਾਕਈ ਇਹ ਗੱਲ ਵਾਜਬ ਹੈਗੀ ਆ ਔਰ ਗੌਰ ਕਰਨ ਲਾਇਕ ਹੈਗੀ ਆ। ਬਾਈ ਜੀ, ਤੁਸੀਂ ਗੱਲ ਕਰ ਰਹੇ ਸੀਗੇ ਵੀ ਹੁਣ ਟੋਲ ਪਲਾਜ਼ੇ ਅਸੀਂ ਜਾਮ ਕਰਨੇ ਆ ਤੇ ਕਿਸਾਨਾਂ ਕੋਈ ਵੀ ਕਹਿ ਰਹੇ ਸੀਗੇ ਕਿ ਹੁਣ ਜਿਹੜੇ ਰੇਲ ਟਰੈਕ ਜਾਮ ਕਰਨ ਦਾ ਜਿਹੜਾ ਅਲਟੀਮੇਟਮ ਸੀਗਾ ਉਹ 10 ਦਸੰਬਰ ਤੱਕ ਦਾ ਸੀਗਾ ਵੀ ਅਸੀਂ ਖੁੱਲ੍ਹ ਦੇ ਦਾਂਗੇ ਰੇਲਾਂ ਨੂੰ। ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਜਥੇਬੰਦੀ ਹੈ ਖਾਸ ਤੌਰ ਦੇ ਉੱਤੇ ਬੜੀ ਸਰਗਰਮ ਰਹੀ ਸੀਗੀ ਤੇ ਤੁਸੀਂ ਐਲਾਨ ਕਰਦੇ ਰਹੇ ਸੀਗੇ ਇੱਕ ਵੱਖਰੇ ਤੌਰ ਦੇ ਉੱਤੇ ਕਿ ਅਸੀਂ ਰੇਲਾਂ ਨਹੀਂ ਚੱਲਣ ਦੇਣੀਆਂ। ਬਹੁਤ ਮਤਲਬ ਕਿ ਸਾਰੇ ਮੰਨ ਗਏ ਸੀਗੇ ਤੇ ਤੁਹਾਡੀ ਇੱਕ ਅਲੱਗ ਧਿਰ ਸੀਗੀ, ਮਤਲਬ ਕਿ ਆਪਣੇ ਸਟੈਂਡ ਤੇ ਅਸੀਂ ਕਾਇਮ ਰਹੇ। ਤੇ ਹੁਣ ਕੀ ਅੱਗੇ ਦਾ ਉਸ ਰੇਲਾਂ ਦੇ ਤੌਰ ਦੇ ਉੱਤੇ ਕਿੱਦਾਂ ਵੇਖਦੇ ਆ ਵੀ ਉਹ ਕੀ ਰਹੂਗਾ ਹੁਣ ਅੱਗੇ ਦੀ ਵਿਉਂਤਬੰਦੀ? ਵੇਖੋ ਜੀ, ਜਦੋਂ ਸਾਰੇ ਦੇਸ਼ ਦੇ ਕਰੋਨਾ ਦੇ ਨਾਲ ਮੂੰਹ ਬਣਾ ਦਿੱਤੇ ਸੀ, ਅਸੀਂ ਉਦੋਂ ਸੰਘਰਸ਼ ਦੇ ਮੈਦਾਨ ਦੇ ਵਿੱਚ ਆਏ। ਸਾਨੂੰ ਮਨ ਪੱਕੇ ਦੀਆਂ ਜਦੋਂ ਪੋਸਟਾਂ ਪਈਆਂ, ਨੌਜਵਾਨਾਂ ਗਾਲਾਂ ਕੱਢੀਆਂ, ਉਹ ਅਸੀਂ ਸਕਰੀਨਸ਼ਾਟ ਕੋਲ ਲੈ ਕੇ ਬੈਠੇ ਹਾਂ। ਪਰ ਜਦੋਂ ਵੇਖਿਆ ਸਰਕਾਰ ਦਾ ਰਵੱਈਆ, ਅਸੀਂ ਕਿਹਾ ਵੀ ਇਸ ਮੈਦਾਨ ਦੇ ਵਿੱਚ ਨਿੱਤਰਨਾ ਪੈਣਾ। 25 ਅਪ੍ਰੈਲ ਨੂੰ ਅਸੀਂ ਸਰਕਾਰ ਦੀਆਂ ਸਾਰੀਆਂ ਰੋਕਾਂ ਤੋੜ ਕੇ, ਜਿਹੜੀ ਇਹਨਾਂ ਨੇ 50 ਕੁਇੰਟਲ ਦੀ ਮਤਲਬ ਮਿੱਥ ਕਰ ਲਈ, ਇੰਨਾ ਤੋਂ ਵੱਧ ਕਣਕ ਨਹੀਂ ਲਿਆ ਸਕਦਾ, ਇੱਥੇ ਕੰਡਾ ਹੋਊ, ਇੱਥੇ ਪੱਲੇਦਾਰ ਹੋਊ, ਇੱਥੇ ਟਰਾਲਾ ਹੋਊਗਾ, ਉਹ ਅਸੀਂ ਮਿੱਥ ਤੋੜਦੇ ਆਇਆ। 350 ਤੋਂ ਪਲੱਸ ਟਰਾਲਾ ਅਸੀਂ ਤਰਨਤਾਰਨ ਦੀ ਦਾਣਾ ਮੰਡੀ 'ਚ ਵਾੜਿਆ ਸੀ ਨਾਕੇ ਭੰਨ ਕੇ। ਉਦੋਂ ਬਾਅਦ ਜਿਹੜੇ ਨੌਜਵਾਨ ਨੇ ਸਾਨੂੰ 23 ਮਾਰਚ ਨੂੰ ਗਾਲਾਂ ਕੱਢੀਆਂ ਸੀ, ਜਿਹੜੇ ਨੌਜਵਾਨਾਂ ਉਹ ਜਥੇਬੰਦ ਹੋ ਗਿਆ।
ਜਿਹੜੀਆਂ ਜਥੇਬੰਦੀਆਂ ਮੂੰਹ ਬੰਨ ਕੇ ਨਾਲ ਬਹਿ ਗਈਆਂ ਸੀ, ਸਾਡੇ ਵੀਰ ਬੁੱਧੀਜੀਵੀ ਵਰਗ ਮੂੰਹ ਬੰਨ ਕੇ ਬਹਿ ਗਏ, ਉਹਨਾਂ ਦਾ ਹੀ 1 ਜੂਨ ਤੋਂ ਮੂੰਹ ਖਲਾਉਣਾ ਸ਼ੁਰੂ ਕੀਤਾ। ਤੇ ਅੱਜ ਤੁਸੀਂ ਹਾਲਾਤ ਵੇਖ ਰਹੇ ਜੀ ਵੀ ਪੂਰਾ ਬੁੱਧੀਜੀਵੀ ਵਰਗ, ਅਫਸਰਸ਼ਾਹੀ, ਵਕੀਲ, ਡਾਕਟਰ, ਮਾਸਟਰ, ਮਤਲਬ ਸਾਰੇ ਕਰਮਚਾਰੀ ਦਲ, ਉਹ ਸਾਰਾ ਕੁਝ ਇੱਕ ਪਲੇਟਫਾਰਮ ਤੇ ਇਕੱਠਾ ਹੋ ਗਿਆ। ਅਸੀਂ ਕਹਿਣਾ ਚਾਹੁੰਦੇ ਹਾਂ ਵੀ ਲੜਾਈ ਸ਼ੁਰੂ ਕੀਤੀ 1 ਜੂਨ ਤੋਂ, ਜਿਸ ਦਿਨ ਇਹ ਪਹਿਲਾ ਬਿਜਲੀ ਦਾ ਬਿੱਲ ਲੈ ਕੇ ਆਇਆ, ਇਲੈਕਟ੍ਰਿਸਿਟੀ ਬਿੱਲ 2020। ਉਸ ਦਿਨ 1 ਜੂਨ ਨੂੰ ਪੂਰੇ ਦੇਸ਼ ਦੇ ਬਿਜਲੀ ਕਾਮੇ 15 ਲੱਖ ਤੋਂ ਪਲੱਸ ਆ ਜਿਹੜੇ, ਉਹ ਹੜਤਾਲ ਤੇ ਗਏ ਸੀ 1 ਦਿਨ ਵਾਸਤੇ। ਅਸੀਂ 88 ਜਗ੍ਹਾ ਦੇ ਉੱਤੇ ਆਪਣਾ SDO ਦਫ਼ਤਰਾਂ ਦੇ ਉੱਤੇ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਦੇ ਹੋਏ ਜਾਮ ਕੀਤੇ ਸੀਗੇ, ਧਰਨੇ ਲਾਏ ਸੀਗੇ। ਉਸ ਤੋਂ ਬਾਅਦ ਚੱਲ ਸੋ ਚੱਲ ਅਸੀਂ DC ਦਫ਼ਤਰਾਂ ਦੇ ਵੀ ਧਰਨੇ ਲਾਏ, ਅਸੀਂ MPਆਂ ਦੇ ਘਰੇ ਵੀ ਮੰਗ ਪੱਤਰ ਦੇਣ ਗਏ, ਲਹੂ ਵੀ ਕਢਾਇਆ ਸਿਰਾਂ 'ਚੋਂ ਬਾਦਲਾਂ ਦੇ ਘਰ ਜਾਂਦਿਆਂ। ਅਸੀਂ 3 ਦਿਨ ਦਰਿਆਈ ਪੁਲ ਵੀ ਰੋਕੇ, ਅਸੀਂ ਆਪਣਾ ਜੇਲ੍ਹ ਭਰੋ ਅੰਦੋਲਨ ਵੀ ਸ਼ੁਰੂ ਕੀਤਾ। 24 ਸਤੰਬਰ ਤੋਂ ਅਸੀਂ ਆਣ ਕੇ ਟਰੈਕਾਂ ਤੇ ਬੈਠ ਗਏ ਹਾਂ। ਉਦੋਂ ਬਾਅਦ ਦੂਜੀਆਂ ਜਥੇਬੰਦੀਆਂ ਨੇ ਐਲਾਨ ਕੀਤਾ ਵੀ 1 ਅਕਤੂਬਰ ਤੋਂ ਪੱਕਾ ਰੇਲਵੇ ਟਰੈਕ ਜਾਮ ਹੋਣਗੇ, ਤੇ ਅਸੀਂ 1 ਅਕਤੂਬਰ ਤੋਂ ਸਾਰਾ ਕੁਝ ਉਹਨਾਂ ਨੂੰ ਸਮਰਪਿਤ ਕਰਤਾ ਵੀ ਇਹ ਤੁਹਾਡੇ ਅੰਦੋਲਨ ਨੂੰ ਸਮਰਪਿਤ ਆ। ਟੈਂਕਾਂ ਵਾਲੀ ਬਸਤੀ ਫਿਰੋਜ਼ਪੁਰ ਤੇ ਆਪਣਾ ਅੰਮ੍ਰਿਤਸਰ ਵਾਲਾ ਜਿਹੜਾ ਰੇਲਵੇ ਟਰੈਕ, ਇਹ ਅਸੀਂ ਮੁਕੰਮਲ ਤੌਰ ਤੇ ਬੰਦ ਕਰਕੇ ਰੱਖਿਆ। ਹਾਂ, ਵੱਡੇ ਭਾਈਆਂ ਨੇ ਜਦੋਂ ਕਿਹਾ ਵੀ ਯਾਰ ਆਪਣੇ ਖਾਦ ਨਹੀਂ ਆ ਰਹੀ, ਕੋਲਾ ਨਹੀਂ ਆ ਰਿਹਾ, ਇਹ ਰੌਲਾ ਪਾ ਰਹੇ ਆ, ਆਪਾਂ ਇੰਜ ਕਰੀਏ ਵੀ ਮਾਲ ਗੱਡੀਆਂ ਨੂੰ ਰਾਹ ਦੇ ਦਈਏ। ਮੰਨ ਗਏ ਅਸੀਂ 21 ਅਕਤੂਬਰ ਨੂੰ ਰਾਹ ਦੇਣਾ ਮੰਨ ਕੇ ਅਸੀਂ ਸਾਈਡ ਤੇ ਬੈਠ ਗਏ। ਪਰ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਬਾਂਹ ਨੂੰ ਮਰੋੜਾ ਦੇ ਕੇ, ਆਰਥਿਕ ਨਾਕੇਬੰਦੀਆਂ ਲਾ ਕੇ, ਸਾਨੂੰ ਮਾਨਸਿਕ ਤੌਰ ਤੇ ਪੂਰਾ ਝੰਜੋੜ ਕੇ, ਸਾਡਾ ਆਪੋ ਵਿੱਚ ਰੌਲਾ ਪਵਾ ਕੇ ਪਿੰਡਾਂ ਦੇ ਵਿੱਚ ਉਹ ਇਹ ਅੰਦੋਲਨ ਖਤਮ ਕਰਾਉਣਾ ਚਾਹੁੰਦੀ ਸੀ। ਉਹਨਾਂ ਦੇ 1 ਮਹੀਨਾ ਗੱਡੀਆਂ ਨਹੀਂ ਲਗਾਏ। ਤੁਹਾਨੂੰ ਲੱਗਦਾ ਸੀ ਵੀ ਕੇਂਦਰ ਸਰਕਾਰ ਨੂੰ ਇਹ ਬਹਾਨਾ ਮਿਲਿਆ ਹੋਇਆ ਸੀਗਾ ਇੱਕ, ਵੀ ਜਿੱਦਾਂ ਜੋ ਅਸੀਂ ਜਾਮ ਕੀਤੇ ਹੋਏ ਸੀ ਵੀ ਇੱਕ ਬਹਾਨਾ ਮਿਲਿਆ ਹੋਇਆ? ਬਿਲਕੁਲ ਬਹਾਨੇ ਤਹਿਤ ਕੰਮ ਕਰਦੇ। ਮੈਂ ਕਹਿੰਦਾ ਵੀ ਜੇ ਕਿਤੇ ਸਾਡੇ ਲੋਕ ਹੋਰ ਥੋੜਾ ਸੰਜਮ ਵਰ ਜਾਂਦੇ, ਖਾਦ ਪਿੱਛੇ ਨਾ ਭੱਜਦੇ, ਦਵਾਈਆਂ ਪਿੱਛੇ ਨਾ ਭੱਜਦੇ, ਬਗੈਰ ਦਵਾਈਆਂ ਤੋਂ ਖਾਦਾਂ ਤੋਂ ਕਿਤੇ ਕਣਕ ਬੀਜ ਲੈਂਦੇ। ਜਿਨ੍ਹਾਂ ਨੇ ਦਵਾਈਆਂ ਦੇ ਸਟੋਰ ਕੀਤੇ ਸੀ, ਜਿਨ੍ਹਾਂ ਨੇ ਖਾਦਾਂ ਦੇ ਸਟੋਰ ਕੀਤੇ ਸੀ, ਉਹਨਾਂ ਨੇ ਡਾਂਗ ਲੈ ਕੇ ਮੋਦੀ ਦੇ ਘਰ ਜਾ ਵੜਨਾ ਸੀ ਵੀ ਮਿੱਤਰਾ ਅਸੀਂ ਘਰ ਖਾਣੀ ਆ ਖਾਦ, ਤੂੰ ਉਹਨਾਂ ਨੇ ਤਾਂ ਪਾਉਣੀ, ਤੇ ਉਹਨਾਂ ਕੋਲ ਜਾਣ ਨਹੀਂ ਦਿੰਦਾ। ਉਹਦੀ ਮਜਬੂਰੀ ਬਣ ਜਾਣੀ ਸੀ। ਇੱਥੇ ਸਾਨੂੰ ਕਿਤੇ ਸਮਝ ਬਣਾਉਣੀ ਪਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਕਿਸਾਨ ਨੂੰ ਛੁੱਟੀ ਤੇ ਜਾਣਾ ਪਵੇ ਤਾਂ ਚਲੇ ਜਾਵੇ, ਚੁੱਪ ਕਰਕੇ ਆਪਣੇ ਜੋਗੀ ਪੈਦਾ ਕਰੇ ਤੇ ਆਪਣੀ ਜੋਗੀ ਖਾਵੇ। ਫਿਰ ਇਹਨਾਂ ਜੋਗੀ ਪੈਦਾ ਕਰਨ ਦੀ ਲੋੜ ਕੋਈ ਨਹੀਂ। ਜਦੋਂ ਇਹਨਾਂ ਜੋਗੀ ਪੈਦਾ ਨਾ ਹੋਈ, ਫਿਰ ਜਿਹੜਾ ਅਮਰੀਕਾ ਹੁਣ ਕਹਿ ਰਿਹਾ ਸਬਸਿਡੀਆਂ ਖਤਮ ਕਰੋ, ਮੰਡੀ ਖਤਮ ਕਰੋ, ਉਹਨਾਂ ਨੇ ਪਹਿਲਾਂ 7.5 ਰੁਪਏ ਪਰ ਕੇਜੀ ਕਣਕ ਦੇਣੀ ਆ, ਤੇ ਫਿਰ ਉਹ ਕਣਕ 100 ਰੁਪਏ ਕਿਲੋ ਵੀ ਆਊਗੀ। ਫਿਰ ਇਹਨਾਂ ਦੀਆਂ ਅੱਖਾਂ ਉਗੜਨੀਆਂ ਵਾ। ਇਸ ਕਰਕੇ ਕਹਿਣਾ ਚਾਹੁੰਦੇ ਵੀ ਲੋੜ ਐ ਵੇਲੇ ਦੇਸ਼ ਦੇ ਵੱਡੇ ਏਕੇ ਦੀ, ਵੱਡਾ ਏਕਾ ਕਰਕੇ ਇਹ ਸੰਘਰਸ਼ ਦੇ ਵਿੱਚ ਕੁੱਦੋ। ਅੰਦੋਲਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਲੜ ਕੇ ਇਹਨਾਂ ਨੂੰ ਦੱਸ ਦਈਏ ਵੀ ਇਹ 2-4 ਘਰਾਣਿਆਂ ਦਾ ਦੇਸ਼ ਨਹੀਂਗਾ, ਇਹ ਮੋਦੀਆਂ ਦਾ ਅਮਿਤ ਸ਼ਾਹ ਦਾ ਦੇਸ਼ ਨਹੀਂਗਾ, ਇਹ 135 ਕਰੋੜ ਭਾਰਤੀਆਂ ਦਾ ਦੇਸ਼ ਵਾ। ਭਾਂਤ ਦੇ ਫੁੱਲਾਂ ਦਾ ਗੁਲਦਸਤਾ ਵਾ, ਇਹਦਾ ਇੱਕ ਇੱਕ ਫੁੱਲ ਕੀਮਤੀ ਆ। ਜਿੱਦਾਂ ਤੁਸੀਂ ਗੱਲ ਕੀਤੀ ਹੁਣੇ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਸੀਗੀ ਕਿ ਜਿਹੜੇ ਵਪਾਰੀ ਹੈ ਉਹ ਜਾ ਕੇ ਕਹਿਣਗੇ ਮੋਦੀ ਨੂੰ ਕਿ ਅਸੀਂ ਜਿਹੜੇ ਖਾਦਾਂ ਅਸੀਂ ਪ੍ਰੋਡਿਊਸ ਕਰਦੇ ਹਾਂ ਵੀ ਅਸੀਂ ਕਿਹਨੂੰ ਵੇਚੀ ਜਾ ਕੇ। ਸੋ ਬਾਈ ਜੀ, ਜਿੱਦਾਂ ਹੁਣ ਆਪਾਂ ਹੁਣੇ ਮੋਰਚਾ ਲਾਇਆ ਹੋਇਆ ਤੇ ਇੱਥੋਂ ਦਾ ਜਿਹੜਾ ਵਪਾਰੀ ਹੈਗਾ, ਹਾਲਾਂਕਿ ਜਿਹੜੀ ਜਨਤਾ ਹੈਗੀ ਆ ਖੁਸ਼ ਵੀ ਬਹੁਤ ਹੈਗੀ ਆ, ਪਰ ਜਿਹੜਾ ਵਪਾਰੀ ਹੈਗਾ ਥੋੜਾ ਕਾਰੋਬਾਰ ਤੇ ਇਹਦਾ ਅਸਰ ਪੈਂਦਾ। ਤਾਂ ਇਹਦੇ 2 ਪਹਿਲੇ ਹੁਣ ਸਾਹਮਣੇ ਆਉਂਦੇ ਆ। ਉਹ ਵਪਾਰੀ ਆ ਤਾਂ ਇਹ ਕਹਿ ਸਕਦਾ ਵੀ ਤੁਸੀਂ ਕਿਸਾਨਾਂ ਦੇ ਜਿਹੜੇ ਬਿੱਲ ਆ ਛੇਤੀ ਇਹਨਾਂ ਦਾ ਜਿਹੜਾ ਮਸਲਾ ਹੱਲ ਕਰਾਓ, ਹੈ ਨਾ, ਜਿਵੇਂ ਇਹਨਾਂ ਨੂੰ ਛੇਤੀ ਆਪਣੇ ਘਰ ਭੇਜੋ। ਤੇ ਦੂਜਾ ਇਹ ਹੋ ਸਕਦਾ ਵੀ ਉਹ ਕਹਿਣ ਵੀ ਕਿਸਾਨਾਂ ਨੇ ਇੱਥੇ ਸਾਨੂੰ ਵੀ ਆ ਕੇ ਡੇਰੇ ਲਾਏ ਹੋਏ ਆ ਵੀ ਸਾਡਾ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ। 2 ਪਹਿਲੂ ਨਿਕਲ ਕੇ ਆਉਂਦੇ ਆ। ਤਾਂ ਤੁਹਾਨੂੰ ਲੱਗਦਾ ਵੀ ਜੇ ਸਰਕਾਰਾਂ ਇਸ ਤਰੀਕੇ ਨਾਲ ਇਸ ਮਾਮਲੇ ਨੂੰ ਲਮਕਾ ਰਹੀਆਂ, ਇਹ ਜਾਣਬੁੱਝ ਕੇ ਲਮਕਾ ਰਹੀਆਂ ਨੇ ਕਿ ਇੱਕ ਤਾਂ ਸਾਨੂੰ ਕੋਈ ਵੀਕ ਪੁਆਇੰਟ ਮਿਲ ਜਾਵੇ ਇੱਥੇ ਜਿਹੜੀ ਸਰਗਰਮੀ ਚੱਲ ਰਹੀ ਹੈ, ਤੇ ਦੂਜਾ ਜਿਹੜਾ ਇੱਥੋਂ ਦੇ ਵਸਿੰਦੇ ਨੇ ਜਾਂ ਵਪਾਰੀ ਉਹ ਕਿਸਾਨਾਂ ਦੇ ਅਗੇਂਸਟ ਹੋ ਜਾਣ? ਜਿਹੜੀਆਂ ਸਰਕਾਰਾਂ ਵਾ ਉਹ ਇਸੇ ਐਂਗਲ ਤੇ ਕੰਮ ਕਰ ਰਹੀਆਂ ਵਾ, ਇਹਨਾਂ ਨੂੰ ਪਾੜਨਾ ਕਿਵੇਂ ਆ, ਇਹਨਾਂ ਨੂੰ ਅੰਦੋਲਨਾਂ ਨੂੰ ਤਾਰ ਪੀਟੋ ਕਿਵੇਂ ਕਰਨਾ ਵਾ। ਪਰ ਮੈਂ ਸਲੂਟ ਕਰਦਾ ਵਾਂ ਦੇਸ਼ ਦੇ ਉਹਨਾਂ ਹਰ ਵਰਗ ਦੇ ਲੋਕਾਂ ਨੂੰ, ਜਿਹੜੇ ਕਾਰੋਬਾਰੀ ਨੇ, ਜਿਹੜੇ ਕਿਸਾਨ ਵੀ ਨੇ, ਜਿਹੜੇ ਰੇਹੜੀ ਫੜੀ ਵਾਲੇ, ਆਟੋ ਵਾਲੇ, ਟਰਾਂਸਪੋਰਟਰ ਨੇ, ਕੋਈ ਪੰਪਾਂ ਵਾਲੇ ਨੇ, ਉਹਨਾਂ ਸਾਰਿਆਂ ਨੂੰ ਸਲੂਟ ਕਰਦਾ ਵੀ ਉਹਨਾਂ ਦੀ ਮਾਨਸਿਕਤਾ ਬਣ ਚੁੱਕੀ ਆ ਵੀ ਵਡੇਰੇ ਹਿੱਤਾਂ ਵਾਸਤੇ ਛੋਟੇ ਜਿਹੜੇ ਆ ਕਾਰੋਬਾਰੀ ਨੁਕਸਾਨ ਝੱਲ ਲੈਣੇ ਕਿਤੇ ਚੰਗੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪੀੜ੍ਹੀਆਂ ਦੀ ਗੁਲਾਮੀ ਗਲ ਪੈਣੀ ਆ। ਇਹ ਚੀਜ਼ਾਂ ਕਿਤੇ ਮਿਲਣੀਆਂ ਹੀ ਨਹੀਂ ਪਾਸੇ ਖੁੱਲੀਆਂ। ਇਹ ਸਾਰੀਆਂ ਅਡਾਨੀਆਂ ਬਾਨੀਆਂ ਦੇ ਕਬਜ਼ੇ ਦੇ ਵਿੱਚ ਹੋਣੀਆਂ। ਉਹਨਾਂ ਦੇ ਮੌਲ ਥਾਣੀ ਲੰਘ ਕੇ ਸਾਨੂੰ ਸੂਈ ਲੈਣੀ ਪਊ, ਤੇ ਉਹਨਾਂ ਦੇ ਅੰਦਰ ਦੀ ਲੰਘ ਕੇ ਸਾਨੂੰ ਜਹਾਜ਼ ਲੈਣਾ ਪਊ। ਰੇਟ ਉਹਨਾਂ ਦੇ ਹੋਣਗੇ, ਜੇ ਨਾ ਰੇਟ ਦੇਖੇ ਤਾਂ ਧੱਕੇ ਮਾਰ ਕੇ ਬਾਹਰ ਕੱਢਣਗੇ। ਹੁਣ ਤਾਂ ਅਸੀਂ ਲਾਲੇ ਦੀ ਨੁੱਕਰ ਦੀ ਦੁਕਾਨ ਤੋਂ ਉਧਾਰ ਵੀ ਫੜ ਕੇ ਲੈ ਆਉਂਦੇ ਆ, ਤੇ ਉਹਨੂੰ ਇਹ ਵੀ ਕਹਿ ਲੈਂਦੇ ਆ ਵੀ ਨਹੀਂ ਯਾਰ ਖੰਡ 40 ਰੁਪਏ ਆ, ਤੂੰ 38 ਲਾ। ਇਹ ਸਾਡੀ ਸੌਦੇਬਾਜ਼ੀ ਹੋ ਜਾਂਦੀ ਆ। ਫਿਰ ਸੌਦੇਬਾਜ਼ੀ ਖਤਮ ਹੋਣੀ ਆ, ਫਿਰ ਰੇਟ
ਉਹਨਾਂ ਵਪਾਰੀਆਂ ਦਾ ਹੋਊਗਾ ਜਿਹੜੇ ਵੱਡੀ ਤਾਦਾਦ ਦੇ ਵਿੱਚ ਆ ਰਹੇ ਆ। ਇਸ ਕਰਕੇ ਦੇਸ਼ ਦੇ ਲੋਕਾਂ ਦੀ ਮਾਨਸਿਕ ਸਥਿਤੀ ਇਸ ਥਾਂ ਤੇ ਟਿਕ ਗਈ ਆ। ਅਜੇ ਇਹਨਾਂ ਦੀ ਨਹੀਂ ਟਿਕੀ ਮੋਤੀਆਂ ਮੋਹਣ ਦੀ, ਉਹਨਾਂ ਦੀ ਟਿਕ ਗਈ ਆ ਵੀ ਵਡੇਰੇ ਹਿੱਤਾਂ ਵਾਸਤੇ ਸਾਨੂੰ ਛੋਟੇ ਛੋਟੇ ਜਿਹੜੇ ਆ ਇਹ ਝੱਲਣੇ ਜਿਹੜੇ ਆ ਇਹ ਚੰਗੇ ਆ। ਜੇ ਅਸੀਂ ਛੋਟੇ ਕਾਰੋਬਾਰੀ ਨੁਕਸਾਨ ਝੱਲ ਲੈਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵਾਸਤੇ ਬਹੁਤ ਵਧੀਆ ਰਹੂਗਾ। ਆਖਰੀ ਸਵਾਲ ਹੈ ਜੀ, ਸਾਰੇ ਜਥੇਬੰਦੀਆਂ ਆਪਸ ਦੇ ਵਿੱਚ ਏਕਾ ਲੈ ਕੇ ਚੱਲ ਰਹੀਆਂ, ਤਾਲਮੇਲ ਪੂਰਾ ਬਣਿਆ ਹੋਇਆ ਆਪਸ ਦੇ ਵਿੱਚ? ਬਿਲਕੁਲ ਜੀ, ਬਿਲਕੁਲ ਤਾਲਮੇਲ ਬਣਿਆ ਵਾ। ਵੱਡਿਆਂ ਭਾਊਆਂ ਨੇ 7 ਮੀਟਿੰਗਾਂ ਕੀਤੀਆਂ ਵਾ, ਅਸੀਂ ਸਜਦਾ ਕੀਤਾ, ਅਸੀਂ ਭਾਵੇਂ ਮੀਟਿੰਗ 'ਚ ਨਹੀਂ ਗਏ। ਉਹਨਾਂ ਨੇ ਐਲਾਨ ਕੀਤਾ ਆਣ ਕੇ ਆਪਾਂ ਨੂੰ 12 ਨੂੰ ਟੋਲ ਫ੍ਰੀ ਦਾ ਆਵਾਜ਼ ਦੇਣੀ ਚਾਹੀਦੀ ਆ। ਜੀਓ ਦੀਆਂ ਸਿਮਾਂ, ਰਿਲਾਇੰਸ ਦਾ ਪੈਟਰੋਲ, ਇਹਨਾਂ ਦੇ ਬ੍ਰਾਂਡਡ ਕੱਪੜੇ ਮੌਲਾਂ ਤੋਂ ਹੋਰ ਸੌਦਾ ਪਤਾ ਲੈਣਾ ਬੰਦ ਕਰਨਾ ਚਾਹੀਦਾ ਵਾ। ਅਸੀਂ ਐਲਾਨ ਕਰ ਦਿੱਤਾ ਵਾ। ਉਹਨਾਂ ਨੇ ਕਿਹਾ ਵੀ 14 ਨੂੰ ਡੀਸੀ ਦਫ਼ਤਰਾਂ ਦੇ ਧਰਨੇ ਦੇਣੇ ਆ, ਅਸੀਂ ਐਲਾਨ ਕਰਤਾ ਵਾ। ਜਿੱਦਾਂ ਵੀ ਜਿੰਨਾ ਵੀ ਕੁਝ ਚੱਲ ਰਿਹਾ ਹੈ ਤਾਲਮੇਲ ਦੇ ਨਾਲ ਚੱਲ ਰਿਹਾ। ਪਰ ਇੱਕੋ ਗੱਲ ਵੀ ਹੁਣ ਮੇਰੇ ਜਿਹੜੇ ਉਹ ਵੀਰ ਵਾ ਜੇ ਸੁਣਦੇ ਆ ਆਵਾਜ਼ ਨੂੰ ਤੇ ਉਹ ਸਰਕਾਰ ਦੇ ਨਾਲ ਕਾਹਲੀ ਦੇ ਵਿੱਚ ਮੀਟਿੰਗ ਨੂੰ ਨਾ ਜਾਣ। ਜੇ ਕਿਤੇ ਸਾਡੀ ਬਾਂਹ 'ਚ ਜ਼ੋਰ ਹੋਇਆ, ਜੇ ਕਿਤੇ ਦੇਸ਼ ਦੇ ਲੋਕ ਜਾਗਦੇ ਰਹੇ ਤੇ ਫਿਰ ਉਹਨਾਂ ਨੂੰ ਇੱਥੇ ਇਹਨਾਂ ਪੰਡਾਲਾਂ ਦੇ ਵਿੱਚ ਆਣ ਕੇ ਮਨ ਕੀ ਬਾਤ ਕਰਨੀ ਪਊਗੀ। ਮਨ ਕੀ ਬਾਤ ਰੇਡੀਓ ਟੀਵੀ ਤੇ ਨਹੀਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਸਾਫ਼ ਤੌਰ ਦੇ ਉੱਤੇ ਕਿਹਾ ਕਿ ਮੋਦੀ ਸਰਕਾਰ ਨੂੰ ਵੀ ਮਨ ਕੀ ਬਾਤ ਕਰਨ ਵਾਸਤੇ ਰੇਡੀਓ ਤੇ ਨਹੀਂ ਬਲਕਿ ਕਿਸਾਨਾਂ ਦੇ ਪੰਡਾਲਾਂ 'ਚ ਆ ਕੇ ਮਨ ਕੀ ਬਾਤ ਕਰਨੀ ਪਊਗੀ। ਕਹਿੰਦੇ ਆ ਕਿ ਕਿਸਾਨ ਆਗੂਆਂ ਨੂੰ ਬਸ ਆਪਣੇ ਸਟੈਂਡ ਤੇ ਰਹਿਣਾ ਪਊਗਾ ਔਰ ਜਿਹੜੀ ਇੱਥੋਂ ਦੀ ਜਨਤਾ ਹੈਗੀ ਹੈ, ਜਿਹੜੀ ਲੁਕਾਈ ਦਾ ਇਸ ਵਕਤ ਤੂਫਾਨ ਉੱਠਿਆ ਹੋਇਆ, ਇਸ ਦਾ ਰੋਹ ਜਿਹੜਾ ਵੱਧਦਾ ਜਾ ਰਿਹਾ ਹੈ, ਇਸ ਨੂੰ ਇਸੇ ਤਰੀਕੇ ਦੇ ਨਾਲ ਸਾਨੂੰ ਕਾਇਮ ਰੱਖਣਾ ਪਊਗਾ। ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਮਨਦੀਪ ਸਿੰਘ, ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।